ਨੋਰਮਲ ਐਂਡ ਸੈਪਰੇਬਲ ਐਕਸਟੈਂਸ਼ਨਸ। ਤੇ ਜਿਵੇਂ ਆਪਾਂ ਲਾਸਟ ਚੈਪਟਰ ਦੇ ਵਿੱਚ ਡਿਸਕਸ ਕੀਤਾ ਸੀਗਾ ਇਰਰੀਡਿਊਸਿਬਲ ਪੋਲੀਨੋਮੀਅਲਸ ਤੋਂ ਬਾਅਦ ਫਿਰ ਆਪਣੇ ਕੋਲ ਕਨਸੈਪਟ ਆਇਆ ਸੀ ਐਲਜੈਬਰਿਕ ਐਕਸਟੈਂਸ਼ਨਸ। ਸੋ ਵੀ ਆਰ ਡੀਲਿੰਗ ਵਿਦ ਦ ਟਾਈਪਸ ਆਫ ਐਕਸਟੈਂਸ਼ਨਸ। ਸੋ ਐਲਜੈਬਰਿਕ ਐਕਸਟੈਂਸ਼ਨਸ ਤੇ ਇੱਕ ਆਪਣੇ ਕੋਲ ਉੱਥੇ ਇੱਕ ਹੋਰ ਗੱਲ ਆਈ ਸੀ ਫਾਈਨਾਈਟ ਐਕਸਟੈਂਸ਼ਨ। ਇਹਨਾਂ ਦੋ ਬਾਰੇ ਆਪਾਂ ਆਲਰੇਡੀ ਉੱਥੇ ਡਿਸਕਸ ਕਰ ਲਿਆ ਸੀਗਾ ਤੇ ਇਸ ਚੈਪਟਰ ਦੇ ਵਿੱਚ ਜਿਹੜੀ ਡਿਸਕਸ਼ਨ ਹੋਏਗੀ that will be on the normal extensions and separable extensions। ਤੇ ਨਾਰਮਲ ਐਕਸਟੈਂਸ਼ਨਸ ਜਾਂ ਸੈਪਰੇਬਲ ਐਕਸਟੈਂਸ਼ਨਸ ਤੱਕ ਜਾਣ ਤੋਂ ਪਹਿਲਾਂ ਜਿਹੜੇ ਕਨਸੈਪਟਸ ਹੈਗੇ ਨੇ ਪਹਿਲਾਂ ਉਹਨਾਂ ਨੂੰ ਸਟੱਡੀ ਕਰਾਂਗੇ। ਤਾਂ ਸਭ ਤੋਂ ਪਹਿਲਾ ਕਨਸੈਪਟ ਜਿਹੜਾ ਹੁੰਦਾ ਹੈ that is the splitting fields। this is the first topic of this chapter, normal and separable extensions। the first topic is the splitting fields। ਤਾਂ ਬਾਈ ਨੇਮ ਹੀ ਜੇ ਆਪਾਂ ਇਸ ਨੂੰ ਦੇਖੀਏ ਸਪਲਿਟਿੰਗ ਫੀਲਡ ਬਾਈ ਨੇਮ ਇਸ ਤੋਂ ਸਮਝ ਆਉਂਦਾ ਸਪਲਿਟਿੰਗ। ਸਪਲਿਟਿੰਗ ਮੀਨਸ ਹੁੰਦਾ ਹੈ ਤੋੜ ਦੇਣਾ, ਉਹਨੂੰ ਬ੍ਰੇਕ ਕਰ ਦੇਣਾ, ਠੀਕ ਹੈ, ਸਪਲਿਟ ਕਰ ਦੇਣਾ। ਤੇ ਸਪਲਿਟ ਕਿਹਨੂੰ ਕਰਨਾ ਹੈਗਾ? ਪੋਲੀਨੋਮੀਅਲ ਨੂੰ ਸਪਲਿਟ ਕਰਨਾ ਹੈਗਾ ਸੀ। ਤਾਂ ਜਿਹੜੀ ਫੀਲਡ ਦੇ ਵਿੱਚ ਪੋਲੀਨੋਮੀਅਲ ਲੀਨੀਅਰ ਫੈਕਟਰਸ ਦੇ ਵਿੱਚ ਬ੍ਰੇਕ ਹੋ ਜਾਏਗੀ, ਲੀਨੀਅਰ ਫੈਕਟਰਸ ਦੇ ਵਿੱਚ ਸਪਲਿਟ ਹੋ ਜਾਏਗੀ, that field is called the splitting field। but ਇੱਕ ਪੋਲੀਨੋਮੀਅਲ ਜਿਹੜੀ ਹੈ ਉਹ ਕਈ ਫੀਲਡਸ ਦੇ ਵਿੱਚ ਲੀਨੀਅਰ ਫੈਕਟਰਸ ਦੇ ਵਿੱਚ ਸਪਲਿਟ ਹੋ ਸਕਦੀ ਹੈ। ਤਾਂ ਕਿਹੜੀ ਫੀਲਡ ਨੂੰ ਅਸੀਂ ਸਪਲਿਟਿੰਗ ਫੀਲਡ ਕਹਿਣਾ ਹੈ, ਕਿਸ ਦੇ ਉੱਪਰ ਅਸੀਂ ਕਨਸੈਂਟਰੇਟ ਕਰਨਾ ਹੈ, ਉਹਦੇ ਬਾਰੇ ਉਰੇ ਗੱਲ ਹੋਏਗੀ। ਸੋ ਡੈਫੀਨੇਸ਼ਨ ਦੇ ਉੱਪਰ ਆਨੇ ਆ, ਫਿਰ ਮੈਂ ਐਕਸਪਲੇਨ ਕਰਾਂਗਾ ਕੀ ਮੇਰੀ ਗੱਲ ਦਾ ਮਤਲਬ ਹੈਗਾ। ਡੈਫੀਨੇਸ਼ਨ ਹੈ let fx be a polynomial in capital Fx of degree greater than or equal to 1। ਜਿਹੜਾ fx ਹੈ ਉਹ ਆਪਣੇ ਕੋਲ ਪੋਲੀਨੋਮੀਅਲ ਹੈ in the field over the field capital F in capital Fx। ਇਸ ਰਿੰਗ ਆਫ ਪੋਲੀਨੋਮੀਅਲ ਦੇ ਵਿੱਚ ਹੈ, ਮੀਨਸ ਇਹਦੇ ਕੋਐਫੀਸ਼ੀਐਂਟਸ ਫੀਲਡ F ਦੇ ਵਿੱਚ ਹੋਣਗੇ ਔਰ ਇਸ ਦੀ ਡਿਗਰੀ ਗ੍ਰੇਟਰ ਦੈਨ ਔਰ ਇਕੁਅਲ ਟੂ 1। that means constant polynomials ਨਹੀਂ ਅਸੀਂ ਲੈਣੀ ਆ, ਪ੍ਰੋਪਰਲੀ ਨॉन constant polynomials ਜਿਹੜੀਆਂ ਹੈ ਉਹ ਅਸੀਂ ਕੰਸੀਡਰ ਕਰਾਂਗੇ। ਤਾਂ ਐਕਸਟੈਂਸ਼ਨ k of f, ਆਹ ਵਾਲਾ ਜਿਹੜਾ ਐਕਸਟੈਂਸ਼ਨ k ਹੈ ਇਹਨੂੰ ਅਸੀਂ ਕਹਿਣਾ ਹੈ a splitting field of fx over f। ਤਿੰਨ ਗੱਲਾਂ ਨੇ, k ਸਪਲਿਟਿੰਗ ਫੀਲਡ ਜੋ ਜਿਹੜਾ ਉਸਦਾ ਨਾਮ ਹੈ ਉਹ, of fx of the polynomial over capital F। ਓਵਰ ਕਿਸ ਦੇ ਅਸੀਂ ਬਣਾਈ ਹੈ? ਜਿਹੜੀ ਉਹ ਪੋਲੀਨੋਮੀਅਲ ਸੀ fx ਉਹ ਕਿਹੜੀ ਫੀਲਡ ਦੇ ਓਵਰ ਸੀ? ਤਾਂ ਇਹ ਤਿੰਨੇ ਚੀਜ਼ਾਂ ਲਿਖਣੀਆਂ ਜ਼ਰੂਰੀ ਹੈ। ਕੱਲਾ ਸਪਲਿਟਿੰਗ ਫੀਲਡ ਜਿਹੜਾ ਵਰਡ ਹੈ ਉਹਦਾ ਕੋਈ ਮਤਲਬ ਨਹੀਂ, ਤੁਸੀਂ ਲਿਖੋਗੇ ਸਪਲਿਟਿੰਗ ਫੀਲਡ ਆਫ fx ਯਾਨੀ ਆਫ ਪੋਲੀਨੋਮੀਅਲ over the capital F means over the field capital F। ਤੇ ਕੰਡੀਸ਼ਨਸ ਕੀ ਹੈ, ਕਦੋਂ ਅਸੀਂ ਇਸ k ਨੂੰ ਕਹਿਣਾ ਹੈਗਾ ਕਿ ਇਹ ਸਪਲਿਟਿੰਗ ਫੀਲਡ ਹੈ? ਤਾਂ fx factors into linear factors in kx। ਤਾਂ ਇਹ ਉਹੀ ਚੀਜ਼ ਹੈ ਜੋ ਮੈਂ ਪਹਿਲਾਂ ਤੁਹਾਨੂੰ ਦੱਸੀ ਕਿ ਸਪਲਿਟ ਹੋ ਜਾਣਾ ਯਾਨੀ ਪੋਲੀਨੋਮੀਅਲ ਨੇ ਸਪਲਿਟ ਹੋਣਾ ਹੈ, ਬਟ ਕਿਹਦੇ ਵਿੱਚ ਸਪਲਿਟ ਹੋਣਾ? ਲੀਨੀਅਰ ਫੈਕਟਰਸ ਦੇ ਵਿੱਚ ਸਪਲਿਟ ਹੋਣਾ। ਗ੍ਰੇਟਰ ਦੈਨ ਡਿਗਰੀ 1 ਦੇ ਫੈਕਟਰਸ ਨਹੀਂ ਚੱਲਣਗੇ, ਪ੍ਰੋਪਰ ਸਾਰੇ ਦੇ ਸਾਰੇ ਫੈਕਟਰਸ ਜਿਹੜੇ ਹੈਗੇ ਆ ਉਹ ਲੀਨੀਅਰ ਫੈਕਟਰਸ ਤੁਹਾਡੇ ਕੋਲ ਆਣੇ ਚਾਹੀਦੇ ਆ, ਡਿਗਰੀ 1 ਦੇ ਆਣੇ ਚਾਹੀਦੇ। ਤਾਂ fx ਜਦੋਂ ਸਪਲਿਟ ਹੋਵੇ ਤਾਂ ਤੁਸੀਂ ਆ ਦੇਖ ਸਕਦੇ ਹੋ ਅਲਫਾ 1 ਅਲਫਾ 2 ਅਲਫਾ n ਇਹ ਸਾਰੇ ਕਿਸ ਨੂੰ ਬਿਲੋਂਗ ਕਰਦੇ ਕਹੇ ਹੋਏ? k ਨੂੰ ਬਿਲੋਂਗ ਕਰਦੇ ਕਹੇ ਹੋਏ। that means ਜਿਹੜੇ ਲੀਨੀਅਰ ਫੈਕਟਰਸ ਬਣੇ they are in kx, ਕਿਉਂਕਿ ਆ ਸਾਰੇ ਅਲਫਾ 1 ਅਲਫਾ 2 ਅਲਫਾ n ਅਗਰ ਇਹ k ਦੇ ਮੈਂਬਰਸ ਹੈ, so that means all these factors belongs to k। ਤੇ ਅੱਗੇ ਇੱਕ c ਜਿਹੜਾ ਲਗਾਇਆ ਹੋਇਆ ਕਨਸਟੈਂਟ, ਇਹ ਤਾਂ ਲਗਾਇਆ ਹੋਇਆ, ਹੋ ਸਕਦਾ ਜਿਹੜਾ ਇਹ fx ਹੈ ਇਹ ਤੁਹਾਡੇ ਕੋਲ ਮੋਨਿਕ ਨਾ ਹੋਵੇ। ਤਾਂ ਜੇ ਮੋਨਿਕ ਨਹੀਂ ਹੈਗਾ ਤਾਂ ਕਿਉਂਕਿ ਇਹਨਾਂ ਦੀ ਮਲਟੀਪਲੀਕੇਸ਼ਨ ਤਾਂ ਸਾਰਿਆਂ ਦੀ ਮੋਨਿਕ ਆਣੀ ਹੈ ਨਾ, x minus alpha 1 ਤੋਂ ਲੈ ਕੇ x minus alpha n ਇਹਨਾਂ ਸਾਰਿਆਂ ਦੀ ਮਲਟੀਪਲੀਕੇਸ਼ਨ ਮੋਨਿਕ ਆਏਗੀ। ਬਟ ਜਿਹੜਾ fx ਪੋਲੀਨੋਮੀਅਲ ਹੈ ਉਹ ਜ਼ਰੂਰੀ ਨਹੀਂ ਹੈ ਮੋਨਿਕ ਹੋਵੇ। ਸੋ ਅਗਰ ਇਹ ਮੋਨਿਕ ਨਹੀਂ ਹੈ ਤਾਂ ਉਹਦਾ ਜਿਹੜਾ ਵੀ ਕੋਐਫੀਸ਼ੀਐਂਟ ਹੋਏਗਾ ਹਾਈਐਸਟ ਡਿਗਰੀ ਦਾ ਉਹ c ਅਸੀਂ ਲੈਟ ਕੀਤਾ ਹੈਗਾ ਉਹ ਬਾਹਰ ਆ ਜਾਏ। ਤੇ ਪਹਿਲੀ ਕੰਡੀਸ਼ਨ ਤਾਂ ਇਹ ਹੋਗੀ ਕਿ fx ਜਿਹੜੀ ਹੈ ਉਹ k ਦੇ ਵਿੱਚ ਸਪਲਿਟ ਹੋ ਜਾਏ ਲੀਨੀਅਰ ਫੈਕਟਰਸ। ਬਟ ਸੈਕੰਡ ਕੰਡੀਸ਼ਨ ਜਿਹੜੀ ਹੈ ਉਹ ਇਸ ਨੂੰ ਡਿਸਟਿੰਗੁਇਸ਼ ਕਰਦੀ ਹੈ ਸਾਰਿਆਂ ਤੋਂ, ਕਿਉਂਕਿ ਇਹੋ ਜਿਹੇ k ਜਿਹੜੇ ਫਸਟ ਪੁਆਇੰਟ ਦੇ ਵਿੱਚ ਅਸੀਂ ਡਿਫਾਈਨ ਕੀਤੇ ਆ ਇਹ ਕਈ ਹੋ ਸਕਦੇ ਆ ਸਾਡੇ ਕੋਲ ਜਿਸ ਦੇ ਵਿੱਚ ਪੋਲੀਨੋਮੀਅਲ ਲੀਨੀਅਰ ਫੈਕਟਰ ਸੇ ਸਪਲਿਟ ਹੋ ਜਾਏਗੀ। ਮੈਂ ਇੱਕ ਐਗਜ਼ਾਮਪਲ ਵੀ ਤੁਹਾਨੂੰ ਦੱਸੂਗਾ। ਤਾਂ ਫਸਟਲੀ ਪਹਿਲਾਂ ਡੈਫੀਨੇਸ਼ਨ ਕੰਪਲੀਟ ਕਰ ਲਈਏ। ਇਹੋ ਜਿਹੇ k ਸਾਡੇ ਕੋਲ ਕਈ ਹੋ ਸਕਦੇ ਆ, ਬਟ ਜਿਹੜਾ ਸੈਕੰਡ ਪੁਆਇੰਟ ਹੈ ਉਹ k ਦੀ ਜਿਹੜੀ ਪਿਕਚਰ ਹੈ ਉਹ ਕਲੀਅਰ ਕਰ ਦੇਗਾ ਤੁਹਾਨੂੰ ਕਿ k ਅਸੀਂ ਕਿਹੜੇ ਵਾਲਾ ਸਿਲੈਕਟ ਕਰਨਾ ਹੈ। ਤਾਂ k is equals to f of alpha 1 alpha 2 so on alpha n। the simple thing is ਜਿਹੜੇ ਇਸ ਪੋਲੀਨੋਮੀਅਲ ਦੇ ਰੂਟਸ ਹੈ alpha 1 alpha 2 alpha n are the roots of this polynomial। ਉਹਨਾਂ ਨੂੰ f ਦੇ ਵਿੱਚ ਤੁਸੀਂ ਐਡਜੰਕਟ ਕਰ ਦੇਣਾ। ਤੇ ਐਡਜੰਕਸ਼ਨ ਦਾ ਪ੍ਰੋਸੀਜਰ ਕੀ ਹੈ ਉਹ ਲਾਸਟ ਟੌਪਿਕ ਦੇ ਵਿੱਚ ਅਸੀਂ ਸਾਰਾ ਜਿਹੜਾ ਹੈ ਸਮਝ ਕੇ ਆਏ ਹੋਏ ਹਾਂ। ਤਾਂ f of alpha 1 alpha 2 so on alpha n ਯਾਨੀ ਗਿਵਨ ਫੀਲਡ f ਦੇ ਵਿੱਚ ਤੁਸੀਂ ਇਹ ਸਾਰੇ ਰੂਟਸ 1 by 1 ਐਡਜੰਕਟ ਕਰ ਦੇਣੇ। ਤਾਂ ਇਹਨਾਂ ਨੂੰ ਐਡਜੰਕਟ ਕਰਨ ਤੋਂ ਬਾਅਦ ਜਿਹੜਾ k ਸਾਡੇ ਕੋਲ ਬਣੇਗਾ
that will be the required splitting field. That is, K is generated over F by the roots alpha 1, alpha 2, so on alpha n of fx in K. ये सारे रूट्स ਜਿਹੜੇ ਹੈਗੇ ਨੇ obviously K ਦੇ ਵਿੱਚ ਕਿਉਂਕਿ K ਇਹਨਾਂ ਤੋਂ ਹੀ ਜਨਰੇਟ ਹੋ ਹੁਣ ਮੈਂ ਐਗਜ਼ਾਮਪਲ ਇਹਦੇ ਵਿੱਚ ਕੋਟ ਕਰੂੰਗਾ ਔਰ ਮੈਂ ਤੁਹਾਨੂੰ ਇਹ ਗੱਲ ਵੀ ਸਮਝਾਉਂਗਾ ਉਸ ਐਗਜ਼ਾਮਪਲ ਦੇ ਵਿੱਚ ਕਿ ਕਿਵੇਂ ਮੈਂ ਕਹਿ ਰਿਹਾ ਸੀਗਾ ਕਿ ਇਹੋ ਜਿਹੇ ਆਪਣੇ ਕੋਲ K ਕਈ ਬਣ ਸਕਦੇ ਆ ਬਟ ਅਸੀਂ ਜਿਹੜਾ ਹੈ ਉਹ ਫਰਦਰ ਇੱਕ ਉਹਨਾਂ ਵਿੱਚੋਂ ਕਿਵੇਂ ਸਿਲੈਕਟ ਕਰਨਾ ਤਾਂ ਐਗਜ਼ਾਮਪਲ ਹੈ ਸਾਡੇ ਕੋਲ Q√2 Q√2 ਨੂੰ ਕਿਵੇਂ ਕੰਸਟਰਕਟ ਕਰੀਦਾ ਇਹਦਾ ਸਟਰਕਚਰ ਕੀ ਹੁੰਦਾ ਇਹ ਸਾਰਾ ਪਿਛਲੇ ਚੈਪਟਰਸ ਦੇ ਵਿੱਚ ਪਿਛਲੀਆਂ ਵੀਡੀਓਜ਼ ਦੇ ਵਿੱਚ ਇਹ ਸਾਰਾ ਆਪਾਂ ਡਿਸਕਸ ਕਰ ਚੁੱਕੇ ਹਾਂ Q√2 ਦੀ ਡੈਫੀਨੇਸ਼ਨ ਹੁੰਦੀ a plus b√2 where a and b belongs to Q ਔਰ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਪੋਲੀਨੋਮੀਅਲ ਹੈ x² - 2 ਇਹਦੇ ਜਿਹੜੇ ਦੋ ਫੈਕਟਰ ਸਾਡੇ ਕੋਲ ਆਉਂਦੇ ਆ ਉਹ ਆਉਂਦੇ ਆ x - √2 ਤੇ ਦੂਸਰਾ ਫੈਕਟਰ ਹੁੰਦਾ ਹੈ x plus √2 ਇਹ ਦੋ ਫੈਕਟਰ ਸਾਡੇ ਕੋਲ ਇਸ ਪੋਲੀਨੋਮੀਅਲ ਦੇ ਬਣਦੇ ਹੈ ਤਾਂ ਇਟ ਮੀਨਸ ਇਹਦੇ ਦੋ ਹੀ ਰੂਟਸ ਹੈ ਪੋਲੀਨੋਮੀਅਲ ਦੇ ਇੱਕ ਹੈਗਾ +√2 ਔਰ ਇੱਕ ਹੈਗਾ -√2 ਤੇ ਆ ਜਿਹੜੇ ਦੋਵੇਂ ਲੀਨੀਅਰ ਫੈਕਟਰ ਸਾਡੇ ਕੋਲ ਆਏ ਤਾਂ ਪਹਿਲੀ ਕੰਡੀਸ਼ਨ ਇਹੀ ਸੀਗੀ ਕਿ fx ਨੂੰ ਤੁਸੀਂ ਬ੍ਰੇਕ ਕਰਨਾ ਹੈਗਾ ਲੀਨੀਅਰ ਫੈਕਟਰਸ ਦੇ ਵਿੱਚ ਇਸ fx ਨੂੰ ਤੁਸੀਂ ਬ੍ਰੇਕ ਕਰਨਾ ਹੈਗਾ ਲੀਨੀਅਰ ਫੈਕਟਰਸ ਦੇ ਵਿੱਚ ਇਹ ਸਾਡੀ ਕੰਡੀਸ਼ਨ ਸੀਗੀ ਪਹਿਲੀ ਠੀਕ ਹੈ ਤਾਂ ਅਸੀਂ fx ਨੂੰ ਲੀਨੀਅਰ ਫੈਕਟਰਸ ਦੇ ਵਿੱਚ ਬ੍ਰੇਕ ਕੀਤਾ x - √2 x + √2 ਤੇ ਸੈਕੰਡ ਚੀਜ਼ ਫਿਰ ਅਸੀਂ ਕੀ ਕਰਨੀ ਸੀਗੀ ਕਿ ਜਿਸ ਦੇ ਓਵਰ ਇਹ ਪੋਲੀਨੋਮੀਅਲ ਹੈ ਇਹ ਪੋਲੀਨੋਮੀਅਲ ਕਿਹਦੇ ਓਵਰ ਹੈਗੀ ਓਵਰ Q ਤਾਂ ਅਸੀਂ ਉਸ ਦੇ ਵਿੱਚ ਇਸ ਦੇ ਰੂਟਸ ਜਿਹੜੇ ਹੈਗੇ ਆ ਉਹ ਐਡਜੰਕਟ ਕਰ ਦੇਣੇ ਤਾਂ Q ਦੇ ਵਿੱਚ ਇਹਦੇ ਰੂਟਸ ਤੁਸੀਂ ਐਡਜੰਕਟ ਕਰੋਗੇ ਦੋ ਰੂਟਸ ਹੈ ਇੱਕ ਹੈ √2 ਔਰ ਇੱਕ ਹੈਗਾ -√2 ਤਾਂ ਦੋਵੇਂ ਅਲੱਗ-ਅਲੱਗ ਲਿਖਣ ਦੀ ਸਾਨੂੰ ਜ਼ਰੂਰਤ ਨਹੀਂ ਹੈ ਬਿਕੋਜ਼ ਸਾਨੂੰ ਪਤਾ ਹੈਗਾ ਕਿ ਜੇਕਰ Q ਦੇ ਨਾਲ ਅਸੀਂ √2 ਐਡਜੰਕਟ ਕਰ ਦਈਏ ਤਾਂ √-2 ਆਪਣੇ ਆਪ ਇਹਦੇ ਵਿੱਚ ਆ ਜਾਊਗਾ ਤਾਂ ਇਟ ਮੀਨਸ ਇਹ ਔਰ ਇਹ ਸੇਮ ਹੀ ਗੱਲ ਹੈਗੀ ਆ ਕਿਉਂਕਿ ਉਰੇ ਜਨਰਲ ਕ੍ਰਾਈਟੇਰੀਆ ਤਾਂ ਇਹੀ ਦਿੱਤਾ ਸੀ ਨਾ ਕਿ ਸਾਰੇ ਰੂਟਸ ਐਡਜੰਕਟ ਕਰ ਦੋ ਬਟ ਸਾਨੂੰ ਪਤਾ ਹੈ ਕਿ ਇਸ ਪੋਲੀਨੋਮੀਅਲ ਦਾ ਇੱਕ ਰੂਟ ਅਗਰ √2 ਹੈ ਦੂਸਰਾ -√2 ਹੈ ਅਗਰ ਇੱਕ Q ਦੇ ਵਿੱਚ ਅਸੀਂ ਐਡਜੰਕਟ ਕਰਤਾ ਤਾਂ ਦੂਸਰਾ ਆਪਣੇ ਆਪ ਆਈ ਜਾਣਾ ਸੋ ਵੀ ਕੈਨ ਸੇ ਦੈਟ Q√2 is a splitting field of this polynomial ਕਿਉਂਕਿ ਆ ਦੋਵੇਂ ਪੁਆਇੰਟਸ ਤੁਸੀਂ ਦੇਖ ਸਕਦੇ ਹੋ ਸੈਟੀਸਫਾਈਡ ਹੋਏ ਦੋਵੇਂ ਦੇ ਦੋਵੇਂ ਰੂਟਸ ਕਿਸ ਦੇ ਵਿੱਚ ਆ ਰਹੇ ਨੇ Q√2 ਦੇ ਵਿੱਚ ਆ ਰਹੇ ਨੇ ਠੀਕ ਹੈ ਔਰ Q ਇਹਦੇ ਰੂਟਸ ਤੋਂ ਜਨਰੇਟ ਹੋ ਕੇ ਹੀ ਬਣਿਆ ਹੁਣ ਜਿਹੜੀ ਮੈਂ ਇਸ ਪੁਆਇੰਟ ਦੇ ਵਿੱਚ ਤੁਹਾਨੂੰ ਗੱਲ ਕਰ ਰਿਹਾ ਸੀਗਾ ਕਿ ਇਹੋ ਜਿਹੇ ਆਪਣੇ ਕੋਲ ਕਈ ਹੋ ਸਕਦੇ ਆ ਜਿਹੜੇ ਇਸ ਪੋਲੀਨੋਮੀਅਲ ਦੇ ਰੂਟਸ ਨੂੰ ਕੰਟੇਨ ਕਰਦੇ ਹੋਣ ਤਾਂ ਉਰੇ ਤੁਸੀਂ ਇਹ ਵੀ ਤਾਂ ਕਹਿ ਸਕਦੇ ਹੋ ਕਿ x² - 2 ਦੇ ਲਈ ਜਿਹੜਾ ਰੀਅਲਸ ਦਾ ਸੈੱਟ ਹੈਗਾ ਉਸ ਦੇ ਵਿੱਚ ਵੀ ਇਹ ਪੋਲੀਨੋਮੀਅਲ ਲੀਨੀਅਰ ਫੈਕਟਰਸ ਦੇ ਵਿੱਚ ਸਪਲਿਟ ਹੋਗੀ ਕਿਉਂਕਿ ਅਸੀਂ ਆ ਜਿਹੜੇ ਦੋ ਫੈਕਟਰ ਬਣਾਏ x - √2 ਤੇ x + √2 ਇਹ ਜਿਹੜੇ ਦੋ ਫੈਕਟਰਸ ਅਸੀਂ ਬਣਾਏ ਆ ਤਾਂ ਇਹ ਤੁਸੀਂ ਓਵਰ r ਵੀ ਤਾਂ ਬੋਲ ਸਕਦੇ ਹੋ ਤਾਂ ਪਹਿਲੇ ਪੁਆਇੰਟ ਤੇ ਸਿਰਫ ਇੰਨੀ ਕੀ ਗੱਲ ਹੋਈ ਸੀਗੀ ਕਿ ਜਿਹੜੇ ਫੈਕਟਰਸ ਹੈ ਇਹ ਓਵਰ k ਹੋਣ ਤੁਹਾਡੇ ਕੋਲ ਤਾਂ ਇਹ ਇਹਨਾਂ ਨੂੰ ਓਵਰ r ਵੀ ਤਾਂ ਬੋਲ ਸਕਦੇ ਹੋ ਬਟ ਜਦੋਂ ਸੈਕੰਡ ਪੁਆਇੰਟ ਆਇਆ ਤਾਂ ਫਿਰ ਉਹਨੇ ਸਾਨੂੰ ਫੋਰਸ ਕੀਤਾ ਯੂ ਹੈਵ ਨਾਟ ਟੂ ਕੰਸੀਡਰ r ਐਜ਼ ਅ ਸਪਲਿਟਿੰਗ ਫੀਲਡ ਆਫ x² - 2 ਯੂ ਹੈਵ ਟੂ ਕੰਸੀਡਰ Q√2 because the condition is the field must be generated by the roots ਜਿਹੜੀ ਸਪਲਿਟਿੰਗ ਫੀਲਡ ਹੈ ਉਹ ਇਸ ਦੇ ਰੂਟਸ ਤੋਂ ਜਨਰੇਟ ਹੋ ਕੇ ਬਣੀ ਤਾਂ r ਇਹਦੇ ਰੂਟਸ ਤੋਂ ਜਨਰੇਟ ਹੋ ਕੇ ਨਹੀਂ ਬਣਿਆ ਜਨਰੇਟ ਹੋ ਕੇ ਕੌਣ ਬਣਿਆ Q√2 so Q√2 will be the splitting field ਚਲੋ ਸੋ ਸੈਕੰਡ ਐਗਜ਼ਾਮਪਲ ਜਿਹੜੀ ਉਰੇ ਹੈ ਸਪਲਿਟਿੰਗ ਫੀਲਡ ਆਫ x² + 1 belonging to rx ਠੀਕ ਹੈ ਇਸ ਦਾ x² + 1 ਦੀ ਪੋਲੀਨੋਮੀਅਲ ਜਿਹੜੀ ਹੈ ਇਹਦੇ ਦੋਵੇਂ ਰੂਟਸ ਕਿਹੜੇ ਆ ਇੱਕ ਆਇਓਟਾ ਇੱਕ ਮਾਈਨਸ ਆਇਓਟਾ ਠੀਕ ਹੈ ਇਸ ਦੇ ਫੈਕਟਰਸ ਜਿਹੜੇ ਬੰਨੇ x - ਆਇਓਟਾ ਐਂਡ x + ਆਇਓਟਾ ਤੇ ਇਹਦੀ ਸਪਲਿਟਿੰਗ ਫੀਲਡ ਜਦ ਤੁਸੀਂ ਕੰਸਟਰਕਟ ਕਰੋਗੇ ਤਾਂ r ਦੇ ਵਿੱਚ ਤੁਸੀਂ ਆਇਓਟਾ ਐਡਜੰਕਟ ਕਰੋਗੇ r ਦੇ ਵਿੱਚ ਤੁਸੀਂ ਐਡਜੰਕਟ ਕੀਤਾ ਆਇਓਟਾ ਤਾਂ ਇਟ ਮੀਨਸ ਜਿਹੜਾ r ਆਇਓਟਾ ਇਹ ਅਸੀਂ ਪਹਿਲਾਂ ਵੀ ਡਿਸਕਸ ਹੋਇਆ ਸੀਗਾ ਇਹ c ਦੇ ਹੀ ਬਰਾਬਰ ਹੁੰਦਾ ਤਾਂ ਇਸ ਪੋਲੀਨੋਮੀਅਲ ਦੀ ਜਿਹੜੀ ਸਪਲਿਟਿੰਗ ਫੀਲਡ ਹੈ ਉਹ ਆਪਣੇ ਕੋਲ c ਹੋ ਗਿਆ the field of complex numbers yes now the further examples based on the topic splitting fields the degree of the extension of the splitting field of x³ - 2 belonging to qx is 6 polynomial है x³ - 2 ਤੇ ਇਸ ਪੋਲੀਨੋਮੀਅਲ ਦੀ ਸਪਲਿਟਿੰਗ ਫੀਲਡ ਅਸੀਂ ਕੰਸਟਰਕਟ ਕਰਨੀ ਹੈ ਔਰ ਪ੍ਰੂਫ ਕਰਨਾ ਹੈ ਕਿ ਫਿਰ ਉਹਦੀ ਜਿਹੜੀ ਡਿਗਰੀ ਹੈ ਜਾਂ ਉਹਦੀ ਜਿਹੜੀ ਡਾਈਮੈਂਸ਼ਨ ਹੈ ਓਵਰ Q ਉਹ 6 ਹੋਏਗੀ ਇਹ ਅਸੀਂ ਵੈਰੀਫਾਈ ਕਰ ਤਾਂ ਹੁਣ ਪਹਿਲਾਂ ਤਾਂ ਅਸੀਂ ਇਹ ਚੈੱਕ ਕਰੀਏ ਕਿ ਇਹ ਜਿਹੜੀ ਗਿਵਨ ਪੋਲੀਨੋਮੀਅਲ ਹੈ ਇਹ ਰਿਡਿਊਸਿਬਲ ਹੈ ਕਿ ਇਰਰਿਡਿਊਸਿਬਲ ਤਾਂ ਇਟ ਇਜ਼ ਕਲੀਅਰ ਬਾਈ ਦਾ ਆਈਜ਼ਨਸਟਾਈਨ ਕ੍ਰਾਈਟੇਰੀਆ that x³ - 2 is irreducible over Q if you take the prime p = 2 then you can verify it easily that it is irreducible using Eisenstein criteria ਤਾਂ ਇਸ ਕਰਕੇ ਇਹ ਵਾਲੀ ਜਿਹੜੀ ਪੋਲੀਨੋਮੀਅਲ ਹੈ ਇਹ ਤੁਸੀਂ ਕੀ ਕਹਿ ਸਕਦੇ ਹੋ ਇਸ ਐਲੀਮੈਂਟ ਦੀ 2 raised to power 1/3 ਇਸ ਐਲੀਮੈਂਟ ਦੀ ਕੀ ਹੋਗੀ ਇਹ ਮਿਨੀਮਲ ਪੋਲੀਨੋਮੀਅਲ
बिकॉज 2 1/3 ਇਹਨੂੰ ਸੈਟੀਸਫਾਈ ਕਰਦਾ x cube minus 2 ਨੂੰ ਸੈਟੀਸਫਾਈ ਕਰ ਰਿਹਾ ਔਰ ਇਹ irreducible ਹੈ plus monic ਹੈ, so that's why you can say it is a minimal polynomial of 2 1/3 ਤੇ ਫਰਦਰ ਜੇ 2 1/3 ਇਹਦਾ ਰੂਟ ਹੈਗਾ ਤਾਂ ਤੁਸੀਂ ਇਸ ਫੈਕਟਰ ਨਾਲ ਜਦੋਂ ਇਸ ਨੂੰ ਡਿਵਾਈਡ ਕਰੋਗੇ x minus 2 1/3 ਨਾਲ, or you can simply say that we will make the factors like this, a cube minus b cube ਦਾ ਫਾਰਮੂਲਾ ਲਗਾ ਕੇ ਤੁਸੀਂ ਇਹਦੇ ਫੈਕਟਰਸ ਈਜ਼ੀਲੀ ਬਣਾ ਸਕਦੇ ਹੋ। ਇਸ ਤਰ੍ਹਾਂ ਇਹਨੂੰ ਲਿਖ ਸਕਦੇ ਹਾਂ ਤਾਂ a cube minus b cube a minus b a square plus ab plus b square, ਇਸ ਤਰ੍ਹਾਂ ਅਸੀਂ ਇਹਦੇ ਫੈਕਟਰਸ ਜਿਹੜੇ ਹੈਗੇ ਆ ਉਹ ਬਣਾ ਲਏ ਹੈਗੇ ਪੋਲੀਨੋਮੀਅਲ। ਤਾਂ ਇੱਕ ਰੂਟ ਜਿਹੜਾ ਸੀ 2 1/3 ਉਹ ਸਾਨੂੰ ਨਜ਼ਰ ਆ ਗਿਆ, ਠੀਕ ਹੈ ਆਹ ਵਾਲਾ। ਹੁਣ ਸਭ ਤੋਂ ਪਹਿਲਾ ਕੰਮ ਸਾਡਾ ਉੱਥੇ ਇਹੀ ਸੀਗਾ ਕਿ ਇਸ ਪੋਲੀਨੋਮੀਅਲ ਦੇ ਅਸੀਂ ਜਿਹੜੇ ਹੈ ਫੈਕਟਰਸ ਬਣਾਈਏ, ਇਸ ਪੋਲੀਨੋਮੀਅਲ ਦੇ ਜਿਹੜੇ ਹੈ ਲੀਨੀਅਰ ਫੈਕਟਰਸ ਬਣਾਈਏ ਸਾਰੇ। ਤਾਂ ਇੱਕ ਫੈਕਟਰ ਅਸੀਂ ਬਣਾ ਲਿਆ ਹੈਗਾ x minus 2 1/3, ਬਾਕੀ ਦੇ ਦੋ ਫੈਕਟਰਸ ਹੋਰ ਆਣਗੇ ਉਹ ਇਹਦੇ ਵਿੱਚੋਂ ਆਣਗੇ। ਬਟ ਉਸ ਤੋਂ ਪਹਿਲਾਂ ਜਿਹੜਾ ਇੱਕ ਰੂਟ ਅਸੀਂ ਫਾਈਂਡ ਕਰ ਲਿਆ ਉਹਨੂੰ ਤਾਂ ਅਸੀਂ ਐਡਜੰਕਟ ਕਰ ਲਈਏ, ਤਾਂ q ਦੇ ਵਿੱਚ ਅਸੀਂ ਐਡਜੰਕਟ ਕਰ ਲਿਆ q2 1/3। ਬਟ ਇਸ ਰੂਟ ਨੂੰ ਐਡਜੰਕਟ ਕਰਨ ਦੇ ਨਾਲ ਜਿਹੜੇ ਆ ਵਾਲੇ ਫੈਕਟਰ ਦੇ ਵਿੱਚੋਂ ਰੂਟਸ ਆਨੇ ਸੀ ਉਹ ਨਹੀਂ ਆਏ ਇਹਦੇ ਵਿੱਚ। ਇਸ ਦੇ ਵਿੱਚ ਸਿਰਫ ਇੱਕੋ ਹੀ ਰੂਟ ਆਇਆ 2 1/3 ਔਰ ਇਸ ਫੈਕਟਰ ਵਾਲੇ ਜਿਹੜੇ ਰੂਟਸ ਹੈ ਉਹ ਇਹਦੇ ਵਿੱਚ ਨਹੀਂ ਇਨਕਲੂਡ ਹੋ ਰਹੇ ਕਿਉਂਕਿ ਇਸ ਦੇ ਜਿਹੜੇ ਬਾਕੀ ਦੇ ਦੋ ਰੂਟਸ ਆਨੇ ਆ ਦੇ ਵੁੱਡ ਬੀ ਇਮੇਜਨਰੀ। ਤਾਂ ਇਸ ਦੇ ਵਿੱਚ ਸਿਰਫ ਕਿਤੇ ਵੀ ਤੁਸੀਂ ਦੇਖ ਸਕਦੇ ਹੋ ਇਮੇਜਨਰੀ ਨੰਬਰ ਕੋਈ ਨਹੀਂ ਹੈਗਾ ਇਸ ਫੀਲਡ ਦੇ ਵਿੱਚ, therefore it is not a splitting field। ਠੀਕ ਹੈ, ਇੱਕ ਸਟੈਪ ਅਸੀਂ ਕਰ ਲਿਆ, ਇੱਕ ਰੂਟ ਅਸੀਂ ਐਡਜੰਕਟ ਕਰ ਲਿਆ, ਬਟ ਹਲੇ ਸਪਲਿਟਿੰਗ ਫੀਲਡ ਨਹੀਂ ਆਈ ਹੈ। ਸਪਲਿਟਿੰਗ ਫੀਲਡ ਉਹ ਹੁੰਦੀ ਹੈ ਜਿਹੜੇ ਸਾਰੇ ਰੂਟਸ ਤੋਂ ਜਨਰੇਟ ਹੋ ਕੇ ਬਣੇ ਔਰ ਇਹ ਸਿਰਫ ਹਲੇ ਇੱਕ ਰੂਟ ਤੋਂ ਜਨਰੇਟ ਹੋਈ ਹੈ, that is 2 1/3। ਠੀਕ ਹੈ, is not the splitting field of x cube minus 2 belonging to qx। ਤਾਂ ਇਹਦੇ ਵਿੱਚੋਂ ਜਿਹੜਾ ਆ ਆਪਣੇ ਕੋਲ ਸੈਕੰਡ ਡਿਗਰੀ ਦਾ ਫੈਕਟਰ ਇਹਦਾ ਪੈਂਡਿੰਗ ਰਹਿ ਗਿਆ ਸੀਗਾ ਇਹ ਵਾਲਾ, ਇਸ ਦੇ ਵਿੱਚੋਂ ਇਹਦੇ ਦੋ ਰੂਟਸ ਆਨੇ ਆ ਔਰ ਆਬਵੀਅਸਲੀ ਸਾਨੂੰ ਪਤਾ ਹੈ ਕਿ ਜਿਹੜੀ ਪੋਲੀਨੋਮੀਅਲ ਦੇ ਕੋਐਫੀਸ਼ੀਐਂਟਸ ਰੀਅਲ ਹੋਣ ਤਾਂ ਉਹਦੇ ਇਮੇਜਨਰੀ ਰੂਟਸ ਜਿਹੜੇ ਹੁੰਦੇ ਆ ਕੰਜੂਗੇਟ ਪੇਅਰਸ ਦੇ ਵਿੱਚ ਹੁੰਦੇ ਨੇ। ਸੋ ਵੀ ਹੈਵ ਸਪੋਜ਼ਡ ਦ ਟੂ ਰੂਟਸ ਜਿਹੜੇ ਕੰਪਲੈਕਸ ਰੂਟਸ ਹੈ, ਇਸੇ ਕਰਕੇ ਅਸੀਂ ਸਪੋਜ਼ ਕੀਤਾ ਅਲਫਾ ਐਂਡ ਅਲਫਾ ਬਾਰ। ਕੋਈ ਵੀ ਪੋਲੀਨੋਮੀਅਲ ਹੈ ਵਿਦ ਰੀਅਲ ਕੋਐਫੀਸ਼ੀਐਂਟਸ ਉਹਦੇ ਜੇਕਰ ਕੰਪਲੈਕਸ ਰੂਟਸ ਹੋਣਗੇ ਦੇ ਵੁੱਡ ਬੀ ਇਨ ਕੰਜੂਗੇਟ ਪੇਅਰਸ। So if you say one of the root is alpha, complex root है alpha, ਤਾਂ ਇਸ ਦਾ second root ਕੀ ਹੋਏਗਾ alpha bar ਜ਼ਰੂਰ ਹੋਏਗਾ ਹੀ। ਤਾਂ it means ਜਿਹੜੇ ਦੋਵੇਂ roots ਹੈ ਉਹ ਅਸੀਂ find ਕਰ ਲਏ ਹੈਗੇ, ਇੱਕ alpha ਹੈਗਾ ਇੱਕ alpha bar ਹੈਗਾ। ਤੇ ਇਹ ਵਾਲੀ ਜਿਹੜੀ polynomial ਹੈ ਜਿਸ ਦੇ roots alpha ਤੇ alpha bar ਅਸੀਂ ਲਿੱਤੇ ਹੈ, ਇਹ polynomial ਹੁਣ ਤੁਸੀਂ ਬੜੇ easily ਕਹਿ ਸਕਦੇ ਹੋ q2 1/3 ਨੂੰ belong ਕਰਦੀ ਹੈ, ਜਿੱਥੋਂ ਤੱਕ ਅਸੀਂ ਕੰਸਟਰਕਟ ਕਰ ਲਈ ਸੀਗੀ ਆਪਣੀ q2 1/3, because ਇਸ ਦੇ ਜਿਹੜੇ ਕੋਐਫੀਸ਼ੀਐਂਟਸ ਹੈ ਤੁਸੀਂ ਚੈੱਕ ਕਰ ਸਕਦੇ ਹੋ 2 1/3 और दूसरा कोएफिशिएंट है 2 ਦੀ 2/3, ਇਹ ਦੋਵੇਂ ਦੇ ਦੋਵੇਂ ਕਿਹਨੂੰ ਬਿਲੋਂਗ ਕਰਦੇ ਆ q2 1/3। so you can take this polynomial as over q2 1/3 and further it is irreducible over q2 1/3। so ਇਸ ਦੇ ਦੋਵੇਂ ਰੂਟਸ ਕਿਉਂਕਿ ਕੰਪਲੈਕਸ ਹੈਗੇ ਨੇ ਅਲਫਾ ਐਂਡ ਅਲਫਾ ਬਾਰ, ਤਾਂ ਆਬਵੀਅਸਲੀ ਉਹ q2 1/3 ਨੂੰ ਬਿਲੋਂਗ ਨਹੀਂ ਕਰ ਰਹੇ ਤੇ ਇਹ ਸੈਕੰਡ ਡਿਗਰੀ ਦੀ ਪੋਲੀਨੋਮੀਅਲ ਹੈ। ਅਗਰ ਇਸ ਦੇ ਰੂਟਸ q2 1/3 ਦੇ ਵਿੱਚ ਨਹੀਂ ਹੈਗੇ ਤਾਂ ਆਬਵੀਅਸਲੀ ਇਹ ਕੀ ਹੋਏਗੀ ਇਰਰੈਡਿਊਸਿਬਲ। ਤੇ ਫਿਰ ਅਸੀਂ ਕੀ ਕਰਾਂਗੇ, ਜਿਹੜਾ ਰੂਟ ਹੈ ਅਲਫਾ ਉਹ ਅਸੀਂ ਇਹਦੇ ਵਿੱਚ ਐਡਜੰਕਟ ਕਰ ਦਵਾਂਗੇ। ਦਾ ਰੂਟ ਇਜ਼ ਅਲਫਾ, ਉਹ ਅਸੀਂ q2 1/3 ਦੇ ਵਿੱਚ ਐਡਜੰਕਟ ਕਰਤਾ। ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅਲਫਾ ਜਦੋਂ ਅਸੀਂ ਐਡਜੰਕਟ ਕੀਤਾ q2 1/3 ਅਲਫਾ ਦੀ ਡਿਗਰੀ ਓਵਰ q2 1/3 ਕਿੰਨੀ ਆਏਗੀ 2 ਆਏਗੀ। ਕਿਉਂ ਆਏਗੀ 2? ਕਿਉਂਕਿ ਜਿਹੜੀ ਇਰਰੈਡਿਊਸਿਬਲ ਪੋਲੀਨੋਮੀਅਲ ਸੀ ਜਿਸ ਦਾ ਰੂਟ ਅਲਫਾ ਸੀ ਉਹ ਆ ਵਾਲੀ ਸੀਗੀ x square plus 2 1/3 plus 2 2/3। ठीक है, ओवर q2 1/3 ਇਹ ਵਾਲੀ ਸੀ ਔਰ ਇਹਦੀ ਡਿਗਰੀ 2 ਸੀ, ਤਾਂ ਇਸ ਕਰਕੇ ਇਹਦੀ ਡਿਗਰੀ ਆਫ ਐਕਸਟੈਂਸ਼ਨ 2 ਹੋਈ। ਤੇ ਫਿਰ q2 1/3 ਅਲਫਾ ਨੂੰ ਤਾਂ ਕੰਟੇਨ ਕਰ ਰਿਹਾ, ਸਾਫ਼ ਨਜ਼ਰ ਆ ਰਿਹਾ। it will also contain the other root, it will also contain the other root alpha bar, ਕਿਉਂਕਿ ਜੇਕਰ ਇਹਦੇ ਵਿੱਚ ਅਲਫਾ ਹੈਗਾ ਤਾਂ ਇਹਦਾ ਕੰਜੂਗੇਟ ਵੀ ਇਹਦੇ ਵਿੱਚ ਜ਼ਰੂਰ ਹੋਏਗਾ ਕਿਉਂਕਿ ਇਹ ਇੱਕ ਫੀਲਡ ਹੈ। ਤਾਂ ਇਟ ਮੀਨਸ ਆ ਵਾਲਾ ਜਿਹੜਾ ਆਪਣੇ ਕੋਲ q2 1/3 ਅਲਫਾ ਕੰਸਟਰਕਟ ਹੋਇਆ, it contains the root 2 1/3, it contains the root alpha as well as the root alpha bar। so it is the required splitting field of x cube minus 2 because it is generated by the roots as well as it contains all the roots of the polynomial। so ਤੇ ਇਹਦਾ ਮਤਲਬ ਇਹ ਸਪਲਿਟਿੰਗ ਫੀਲਡ ਹੋ ਗਿਆ। ਤੇ ਫਾਈਨਲੀ ਉਹਨੇ ਕਿਹਾ ਸੀਗਾ ਕਿ ਸਪਲਿਟਿੰਗ ਫੀਲਡ ਦੀ ਡਿਗਰੀ 6 ਹੋਏਗੀ, ਇਹ ਵੈਰੀਫਾਈ ਕਰੋ। ਤਾਂ ਇਸ ਸਪਲਿਟਿੰਗ ਫੀਲਡ ਦੀ ਜਿਹੜੀ ਡਿਗਰੀ ਹੈ ਉਹ ਅਸੀਂ ਫਾਈਂਡ ਕਰਨ ਲੱਗੇ ਆ। ਤਾਂ ਕਿਵੇਂ ਫਾਈਂਡ ਕਰਦੇ ਹੁੰਦੇ ਆ, ਇਹ ਟਾਵਰ ਜਿਹੜਾ ਹੈ ਉਰੇ ਮੈਂ ਸ਼ੋ ਕਰ ਦੇਣਾ ਪਹਿਲਾਂ, ਕਿਉਂਕਿ ਇਸ ਦੀ ਡਿਗਰੀ ਅਸੀਂ ਕੈਲਕੂਲੇਟ ਕਰਨੀ ਹੈ। ਤਾਂ ਇਸ ਦੀ ਡਾਇਮੈਂਸ਼ਨ ਜਿਹੜੀ ਹੈ ਪਹਿਲਾਂ ਓਵਰ q2 1/3 ਆ ਜਾਏਗੀ, ਫਿਰ q2 1/3 ਦੀ ਓਵਰ q ਆ ਜਾਏਗੀ।
ਤੇ ਇਹ ਡਾਇਮੈਂਸ਼ਨ ਸਾਡੇ ਕੋਲ ਜਿਹੜੀ ਸੀਗੀ Q2 1/3 over Q ਇਹ 3 ਹੈ और ए वाली डायमेंशन साडे कोल 2 है तो 2 into 3 करके कितना आ गया अपने कोल 6 है और you can also show this extension with the help of this diagram and also you can find the basis तो पहला Q2 1/3 तक जे ਅਸੀਂ देखिए डायमेंशन 3 ਸੀ ਤਾਂ बेसिस ਕਿਹੜੀ ਹੋਏਗੀ क्योंकि रूट ਸੀਗਾ ਆਪਣੇ ਕੋਲ 2 1/3 ਤਾਂ बेसिस ਆਪਣੇ ਕੋਲ ਕਿੱਥੇ ਤੱਕ ਲੈਣਾ ਹੁੰਦਾ ਜੇ u ਅਸੀਂ ਕਹਿ ਰਹੇ ਹਾਂ 2 1/3 ਹੈ बेसिस ਅਸੀਂ ਲੈਣਾ ਹੁੰਦਾ 1 u स्क्वायर ਇਸ ਕਰਕੇ 1 2 1/3 2 2/3 ਤੇ ਅਗਲੇ ਸਟੈਪ ਦੇ ਵਿੱਚ ਜਿਹੜੀ बेसिस ਹੈ ਕਿਉਂਕਿ ਉਰੇ ਜਦੋਂ ਅਸੀਂ ਅਲਫਾ ਐਡਜੰਕਟ ਕੀਤਾ ਸੀ ਤਾਂ 2 ਡਿਗਰੀ ਦੀ ਪੋਲੀਨੋਮੀਅਲ ਸੀ ਤਾਂ ਬੇਸਿਸ ਹੋਗੀ 1, ਤਾਂ ਟੋਟਲ ਬੇਸਿਸ ਕੀ ਬਣ ਜਾਏਗੀ ਫਿਰ ਯੂ ਕੈਨ ਸੇ Q2 1/3 ਅਲਫਾ ਦੀ ਬੇਸਿਸ ਓਵਰ Q ਕੀ ਬਣ ਜਾਏਗੀ ਇਹਨਾਂ ਦੋਵਾਂ ਦੇ ਪੋਸੀਬਲ ਪੇਅਰਸ ਤੁਸੀਂ ਬਣਾ ਲੈਣੇ ਪੋਸੀਬਲ ਮਲਟੀਪਲੀਕੇਸ਼ਨਸ ਲੈ ਲੈਣੀਆਂ 1 ਨੂੰ ਪਹਿਲਾਂ 3 ਨਾਲ ਮਲਟੀਪਲਾਈ ਕਰ ਲਓ ਫਿਰ ਅਲਫਾ ਨੂੰ 3 ਨਾਲ ਮਲਟੀਪਲਾਈ ਕਰ ਤਾਂ ਇਹ 6 ਐਲੀਮੈਂਟਸ ਇਹਦੀ ਬੇਸਿਸ ਦੇ ਵਿੱਚ ਆ ਔਰ ਇਹਦਾ ਮਤਲਬ ਇਹਦੀ ਐਕਸਟੈਂਸ਼ਨ ਦੀ ਜਿਹੜੀ ਡਿਗਰੀ ਹੈਗੀ ਆ ਉਹ ਆਪਣੇ ਕੋਲ 6 ਹੈ Next example is let P is a prime number fx equal to xp minus 1 belonging to qx has a splitting field q alpha where alpha not equal to 1 and alpha raised to power p is equal to 1. Also the degree of q alpha over q is equal to p minus 1. P एक prime number given है polynomial यही है xp minus 1 और over the rationals है ਤੇ ਇਸ ਦੀ ਸਪਲਿਟਿੰਗ ਫੀਲਡ ਅਸੀਂ ਪ੍ਰੂਫ ਕਰਨੀ ਹੈ ਕੀ ਹੋਏਗੀ Q ਅਲਫਾ ਹੋਏਗੀ ਸਿਰਫ ਇੱਕ ਐਲੀਮੈਂਟ ਐਡਜੰਕਟ ਕਰਨ ਦੇ ਨਾਲ ਸਪਲਿਟਿੰਗ ਫੀਲਡ ਕੰਸਟਰਕਟ ਹੋ ਜਾਏਗੀ ਇਹ ਅਸੀਂ ਵੈਰੀਫਾਈ ਕਰ ਤੇ ਬਟ ਇਹ ਅਲਫਾ ਜਿਹੜਾ ਹੋਏਗਾ ਇਹ ਨਾਟ ਇਕੁਅਲ ਟੂ 1 ਹੋਏਗਾ ਅਲਫਾ 1 ਦੇ ਬਰਾਬਰ ਨਹੀਂ ਹੈ ਬਟ ਅਲਫਾ ਦੀ ਪਾਵਰ p ਜੇ ਇਕੁਅਲ ਟੂ ਅਲਫਾ ਦੀ ਪਾਵਰ ਜੇ ਆਪਾਂ p ਕਰੀਏ ਤਾਂ 1 ਆਏਗਾ ਤੇ ਫਿਰ ਜਿਹੜੀ ਇਸ ਦੀ ਡਿਗਰੀ ਹੈ ਡਾਇਮੈਂਸ਼ਨ ਜਿਹੜੀ ਹੈ Q ਅਲਫਾ ਦੀ ਓਵਰ Q ਇਹ ਅਸੀਂ ਵੈਰੀਫਾਈ ਕਰਨੀ ਹੈ p - 1 ਤਾਂ ਇੱਕ ਗੱਲ ਤਾਂ ਉਰੇ ਸ਼ੋਰ ਹੈਗੀ ਹੈ ਜਿਹੜਾ fx ਸਾਨੂੰ ਗਿਵਨ ਹੈ ਉਹ ਉਰੇ ਇਰਰੀਡਿਊਸੀਬਲ ਨਹੀਂ ਹੈ ਉਹ ਰੈਡਿਊਸੀਬਲ ਹੈ ਤਾਂ ਹੀ ਕਰਕੇ ਸਪਲਿਟਿੰਗ ਫੀਲਡ ਦੀ ਡਿਗਰੀ ਵੀ ਆ ਦੇਖੋ ਨੇ ਆਪਣੇ ਤੋਂ ਘੱਟ ਹੀ ਐਕਸਪੈਕਟ ਕੀਤੀ ਹੈ ਵੈਸੇ ਤਾਂ ਇਹ p ਡਿਗਰੀ ਦਾ ਪੋਲੀਨੋਮੀਅਲ ਹੈ ਬਟ ਡਿਗਰੀ ਜਿਹੜੀ ਹੈ ਉਹ ਹਮੇਸ਼ਾ ਇਕੁਅਲ ਟੂ ਇਰਰੀਡਿਊਸੀਬਲ ਪੋਲੀਨੋਮੀਅਲ ਦੇ ਹੁੰਦੀ ਹੈ ਤਾਂ xp - 1 ਕਿਉਂਕਿ ਰੈਡਿਊਸੀਬਲ ਹੈ ਤੁਸੀਂ ਦੇਖ ਸਕਦੇ ਹੋ ਤੇ ਆ ਫੈਕਟਰਸ ਬਣ ਜਾਣਗੇ x - 1 xp - 1 xp - 2 ਇਹ ਇਸ ਦੇ ਫੈਕਟਰਸ ਹੈ ਠੀਕ ਹੈ ਤੇ ਇਸ ਦੇ ਅਗਰ ਇਹ ਫੈਕਟਰਸ ਹੈਗੇ ਨੇ ਤੇ ਇਸ ਫੈਕਟਰ ਦੇ ਵਿੱਚੋਂ ਇੱਕ ਪਹਿਲਾ ਜਿਹੜਾ ਫੈਕਟਰ ਹੈ x - 1 ਉਸ ਦੇ ਵਿੱਚੋਂ ਰੂਟ ਕੀ ਆ ਰਿਹਾ ਸਾਡੇ ਕੋਲ 1 ਆ ਰਿਹਾ ਹੈ ਰੂਟ ਇਜ਼ 1 ਬਟ 1 ਜਿਹੜਾ ਹੈ ਉਹ ਰੈਸ਼ਨਲ ਦੇ ਵਿੱਚ ਸਾਨੂੰ ਐਡਜੰਕਟ ਕਰਨ ਦੀ ਜ਼ਰੂਰਤ ਹੀ ਨਹੀਂ ਕਿਉਂਕਿ 1 ਤਾਂ ਆਲਰੇਡੀ ਰੈਸ਼ਨਲ ਕੋਲ ਹੈਗਾ ਸੋ ਇਸ ਕਰਕੇ 1 ਜਿਹੜਾ ਹੈਗਾ ਉਹ ਰੂਟ ਐਡਜੰਕਟ ਨਹੀਂ ਹੋਏਗਾ ਕੱਲਾ ਹਲੇ ਤੱਕ ਸਾਡੇ ਕੋਲ Q ਹੀ ਰਹਿ ਗਿਆ x - 1 ਫੈਕਟਰ ਦਾ ਰੂਟ ਸਾਨੂੰ ਐਡਜੰਕਟ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਉਹ 1 ਆਲਰੇਡੀ ਰੈਸ਼ਨਲ ਕੋਲ ਹੈਗਾ ਤਾਂ ਰੂਟਸ ਸਾਨੂੰ ਕਿਹਦੇ ਐਡਜੰਕਟ ਕਰਨੇ ਪੈਣੇ ਆ ਆ ਵਾਲਾ ਜਿਹੜਾ ਫੈਕਟਰ ਹੈ ਬਾਕੀ ਦਾ xp - 1 xp - 2 so on x + 1 ਔਰ ਇਸ ਪੋਲੀਨੋਮੀਅਲ ਨੂੰ ਅਸੀਂ ਪ੍ਰੂਫ ਕੀਤਾ ਹੋਇਆ ਜਦੋਂ ਅਸੀਂ ਆਇਨਸਟਾਈਨ ਕ੍ਰਾਈਟੇਰੀਆ ਦਾ ਪ੍ਰੂਫ ਕੀਤਾ ਸੀਗਾ ਜਿਹੜੇ ਲੈਕਚਰ ਦੇ ਵਿੱਚ ਉਸ ਦੇ ਨਾਲ ਹੀ ਫਿਰ ਉਸ ਤੋਂ ਬਾਅਦ ਐਗਜ਼ਾਮਪਲਸ ਡਿਸਕਸ ਕੀਤੀਆਂ ਸੀ ਆਇਨਸਟਾਈਨ ਕ੍ਰਾਈਟੇਰੀਆ ਦੀਆਂ ਤੇ ਇਸ ਪੋਲੀਨੋਮੀਅਲ ਦੇ ਉੱਪਰ ਆਇਨਸਟਾਈਨ ਕ੍ਰਾਈਟੇਰੀਆ ਲਗਾ ਕੇ ਪ੍ਰੂਫ ਕੀਤਾ ਸੀ ਦਿਸ ਪੋਲੀਨੋਮੀਅਲ ਇਜ਼ ਇਰਰੀਡਿਊਸੀਬਲ ਓਵਰ Q ਇਸ ਨੂੰ ਅਸੀਂ ਇਰਰੀਡਿਊਸੀਬਲ ਪ੍ਰੂਫ ਕੀਤਾ ਸੀ ਓਵਰ ਰੈਸ਼ਨਲਸ ਯੂ ਕੈਨ ਸੀ that lecture again ਜਿਹੜਾ ਆਇਨਸਟਾਈਨ ਕ੍ਰਾਈਟੇਰੀਆ ਤੋਂ ਬਾਅਦ ਨੂਮੈਰੀਕਲ ਐਗਜ਼ਾਮਪਲਸ ਵਾਲਾ ਲੈਕਚਰ ਸੀ ਉਹਦੇ ਵਿੱਚ ਸੇਮ ਇਸ ਪੋਲੀਨੋਮੀਅਲ ਨੂੰ ਅਸੀਂ ਪ੍ਰੂਫ ਕੀਤਾ ਸੀਗਾ ਇਟ ਇਜ਼ ਇਰਰੀਡਿਊਸੀਬਲ ਓਵਰ so you can repeat the proof here also to prove the irreducibility of px ਤੇ ਹੁਣ ਇਹ ਜਿਹੜਾ px ਹੈ ਇਸ ਦਾ ਅਸੀਂ ਕੋਈ ਇੱਕ ਰੂਟ ਸਪੋਜ਼ ਕਰ ਲੈਂਦੇ ਆ let alpha is a root of px in the splitting field of fx ਇਸ ਪੋਲੀਨੋਮੀਅਲ ਦੇ ਟੋਟਲ ਕਿੰਨੇ ਰੂਟਸ ਹੋਣੇ ਆ p - 1 ਅਸੀਂ ਉਹਨਾਂ ਚੋਂ ਹਲੇ ਸਿਰਫ ਇੱਕ ਰੂਟ ਸਪੋਜ਼ ਕੀਤਾ that is alpha ਠੀਕ ਹੈ ਤੇ ਅਗਰ ਇਹ ਇੱਕ ਰੂਟ ਹੈਗਾ ਹੁਣ ਸਿੱਧੀ ਜੀ ਗੱਲ ਹੈ ਜੇ ਅਲਫਾ px ਦਾ ਰੂਟ ਹੈ ਤਾਂ ਇਹੀ ਅਲਫਾ ਸਾਡੇ ਕੋਲ fx ਦਾ ਵੀ ਰੂਟ ਹੋਏਗਾ if alpha is a root of px then alpha is also a root of fx ਤੇ ਅਲਫਾ fx ਦਾ ਅਗਰ ਰੂਟ ਹੈਗਾ fx ਦੀ ਡੈਫੀਨੇਸ਼ਨ ਸਾਡੇ ਕੋਲ ਇਹ ਵਾਲੀ ਸੀਗੀ the definition of fx was this fx equal to xp - 1 ਤਾਂ ਅਲਫਾ ਇਹਦਾ ਮਤਲਬ ਇਹਨੂੰ ਵੀ ਸੈਟੀਸਫਾਈ ਕਰੇਗਾ fx ਨੂੰ ਤਾਂ ਅਲਫਾ p - 1 is equal to ਕੀ ਹੋ ਗਿਆ 0 that means alpha ਦੀ ਪਾਵਰ p ਕਰਾਂਗੇ ਤਾਂ ਇਕੁਅਲ ਟੂ ਕੀ ਆ ਰਿਹਾ 1 ਆ ਰਿਹਾ ਬਟ ਡਿਫਰੈਂਸ ਕੀ ਹੈ fx ਤੇ px ਦੇ ਵਿੱਚ px ਦੇ ਵਿੱਚੋਂ ਆ ਵਾਲਾ ਫੈਕਟਰ ਅਸੀਂ ਕੱਢ ਦਿੱਤਾ ਬਾਹਰ x - 1 ਵਾਲਾ ਜਿਹੜਾ ਫੈਕਟਰ ਹੈ ਉਹ ਅਸੀਂ ਬਾਹਰ ਕੱਢ ਦਿੱਤਾ ਆ ਵਾਲਾ ਤਾਂ ਇਟ ਮੀਨਸ ਅਲਫਾ ਤੇ ਫਿਰ ਅਸੀਂ ਕੰਡੀਸ਼ਨ ਲਗਾਤੀ ਤਾਂ ਹੀ ਕਰਕੇ ਅਲਫਾ ਨਾਟ ਇਕੁਅਲ ਕਿਉਂਕਿ ਅਲਫਾ ਜਿਹੜਾ ਹੈਗਾ ਉਹ ਜੇ px ਦਾ ਰੂਟ ਹੈ ਤਾਂ fx ਦਾ ਵੀ ਹੈ ਤਾਂ fx ਦਾ ਅਗਰ ਰੂਟ ਹੈ ਤਾਂ ਆ ਚੀਜ਼ ਬਣ ਗਈ ਬਟ ਨਾਲ ਦੀ ਨਾਲ ਕੀ ਆ ਗਿਆ ਕਿ fx ਦਾ ਰੂਟ ਹੈ ਬਟ ਇਸ ਫੈਕਟਰ ਦਾ ਰੂਟ ਨਹੀਂ ਹੈਗਾ ਇਸ ਵਾਲੇ ਫੈਕਟਰ ਦਾ ਰੂਟ ਹੈ ਤਾਂ ਹੀ ਕਰਕੇ ਅਸੀਂ ਕਹਤਾ ਕਿ ਅਲਫਾ ਨਾਟ ਇਕੁਅਲ ਟੂ 1 ਅਲਫਾ 1 ਦੇ ਬਰਾਬਰ ਨਹੀਂ ਹੋਏਗਾ
बट अल्फा की पावर p जिहड़ी है वो 1 के बराबर होएगी। ते फिर हुण तुसीं अगली चीज इस दे विच ये नोटिस करो कि असीं एक रूट तां इहदा अल्फा फाइंड कर लिया। नाउ अगे असीं क्लेम ये करन लगे हां कि जिहड़ा 1 अल्फा अल्फा स्क्वायर अल्फा p माइनस 1 है यही सारे रूट्स हैगे ने fx। ਅਸੀਂ 1 रूट है ਜਿਹੜਾ ਇਹ ਆਲਰੇਡੀ ਫਾਈਂਡ ਕਰ ਚੁੱਕੇ ਹਾਂ ਆ ਰਿਹਾ ਇਸ ਫੈਕਟਰ ਦੇ ਵਿੱਚੋਂ ਨਿਕਲਿਆ ਸੀ ਅਲਫਾ ਅਸੀਂ ਹੁਣ ਸਪੋਜ਼ ਕਰ ਲਿਆ ਤਾਂ ਇਹਦਾ ਮਤਲਬ ਬਾਕੀ ਦੇ ਰਹਿ ਗਏ ਆ ਵਾਲੇ ਅਲਫਾ ਸਕੁਅਰ ਤੋਂ ਲੈ ਕੇ ਅਲਫਾ p - 1 ਇਹ ਅਸੀਂ ਹੁਣ ਕਲੇਮ ਕਰਨ ਲੱਗੇ ਹਾਂ ਕਿ ਇਹ ਵੀ ਇਸ ਪੋਲੀਨੋਮੀਅਲ fx ਦੇ ਰੂਟਸ ਬਿਕੋਜ਼ ਸਿੱਧੀ ਜੀ ਗੱਲ ਹੈ ਜੇ ਸਪਲਿਟਿੰਗ ਫੀਲਡ ਅਸੀਂ ਸੋਲਵ ਕਰ ਰਹੇ ਹਾਂ that means firstly we have to find all the roots of the polynomial ਤਾਂ ਇੱਕ 1 ਅਸੀਂ ਫਾਈਂਡ ਕੀਤਾ ਇੱਕ ਅਲਫਾ ਫਾਈਂਡ ਕੀਤਾ ਤੇ ਬਾਕੀ ਦੇ ਜਿਹੜੇ ਹੈ ਅਲਫਾ ਸਕੁਅਰ ਤੋਂ ਲੈ ਕੇ ਅਲਫਾ p - 1 ਇਹ ਅਸੀਂ ਹੁਣ ਕਲੇਮ ਕਰਾਂਗੇ ਇਹ ਪ੍ਰੂਫ ਕਰਾਂਗੇ all these are also the roots of fx ਤੇ ਇਹਨੂੰ ਕਿਵੇਂ ਪ੍ਰੂਫ ਕਰਨਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਅਲਫਾ p ਅਗਰ ਇਕੁਅਲ ਟੂ 1 ਹੈ ਤਾਂ ਅਲਫਾ ਸਕੁਅਰ ਹੋਵੇ ਠੀਕ ਹੈ ਅਲਫਾ ਸਕੁਅਰ p ਇਹ ਵੀ 1 ਹੋਏਗਾ ਅਲਫਾ ਕਿਊਬ ਹੋਵੇ ਤਾਂ ਵੀ 1 ਹੋਏਗਾ ਅਲਫਾ 4p ਤਾਂ ਵੀ 1 ਹੋਏਗਾ ਬਿਕੋਜ਼ ਜੇ ਤੁਸੀਂ ਕਹਿ ਰਹੇ ਹੋ ਅਲਫਾ ਕਿਊਬ p 1 ਹੈ that means you are doing cubing on both sides of this equation ਤਾਂ ਤੁਸੀਂ ਦੇਖ ਸਕਦੇ ਹੋ ਕਿ ਅਗਰ ਅਲਫਾ fx ਨੂੰ ਸੈਟੀਸਫਾਈ ਕਰ ਰਿਹਾ ਤਾਂ ਅਲਫਾ ਸਕੁਅਰ ਅਲਫਾ ਕਿਊਬ ਅਲਫਾ 4 ਸਾਰੇ ਦੇ ਸਾਰੇ fx ਨੂੰ ਸੈਟੀਸਫਾਈ ਕਰ ਰਹੇ ਕਿਉਂਕਿ fx ਇਹ ਵਾਲੀ ਪੋਲੀਨੋਮੀਅਲ ਸੀ ਸਾਡੇ ਕੋਲ xp - 1 ਤਾਂ x ਦੀ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਅਲਫਾ i ਸਬਸਟੀਟਿਊਟ ਕੀਤਾ ਤਾਂ ਵੀ ਇਹ ਸੈਟੀਸਫਾਈਡ ਤਾਂ ਇਟ ਮੀਨਸ ਇਫ ਅਲਫਾ is satisfying fx then alpha raised to power I are also satisfying fx for all positive integers ਸਾਰੇ ਪੋਜ਼ਿਟਿਵ ਇੰਟੀਜਰਸ ਦੇ ਲਈ ਅਲਫਾ i ਜਿਹੜਾ ਹੈ ਇਹਨੂੰ ਸੈਟੀਸਫਾਈ ਕਰਦਾ ਤਾਂ ਬਟ ਉਹਦੀ ਡਿਗਰੀ ਤਾਂ p - 1 ਹੈ ਤਾਂ ਇਟ ਮੀਨਸ ਇਹ ਜਿਹੜੇ ਹੈਗੇ ਨੇ ਜੇ ਤੁਸੀਂ ਕਹਿ ਰਹੇ ਹੋ ਕਿ ਸਾਰੇ ਇੰਟੀਜਰਸ ਲਈ ਸੈਟੀਸਫਾਈ ਕਰਦਾ ਫਿਰ ਤਾਂ ਇਹ ਕੁਐਸਚਨ ਰੇਜ਼ ਹੁੰਦਾ ਇਹ ਤਾਂ ਇਨਫਾਈਨਾਈਟ ਇਨ ਨੰਬਰ ਹੋ ਗਏ ਬਟ ਅਸ ਵੀ ਆਰ ਜਸਟੀਫਾਈਂਗ दैट ਕਿ ਆਹੀ ਵਾਲੇ ਜਿਹੜੇ ਹੈ ਡਿਸਟਿੰਕਟ ਹੈ ਇਸ ਤੋਂ ਬਾਅਦ ਰਿਪੀਟਡ ਹੋਣਗੇ ਅਪ ਟੂ p - 1 ਤੱਕ ਇਹ ਡਿਸਟਿੰਕਟ ਆਉਣਗੇ ਤਾਂ ਡਿਸਟਿੰਕਟ ਜੇ ਆਉਣਗੇ ਤਾਂ ਇਹ ਕਿਉਂਕਿ ਉਹੀ ਗੱਲ ਆ ਗਈ ਇਹ ਦਿਖਣ ਨੂੰ ਹੁਣ ਕਿਉਂਕਿ ਫॉर ਆਲ ਇੰਟੀਜਰਸ ਲਿਖਤਾ दैट मींस ਇਹ ਇਨਫਾਈਨਾਈਟ ਲੱਗਦੇ ਪਏ ਬਟ ਪੋਲੀਨੋਮੀਅਲ ਦੀ ਡਿਗਰੀ ਕਿਉਂਕਿ ਫਾਈਨਾਈਟ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਕੀ ਹੋਊਗਾ ਰੈਪੀਟੇਸ਼ਨ ਹੋਊਗੀ ਕਿਤੇ ਨਾ ਕਿਤੇ ਜਾ ਕੇ ਅਲਫਾ ਦੀ ਪਾਵਰ m ਦਾ ਆਨਸਰ ਸਾਡੇ ਕੋਲ 1 ਆਈ ਜਾਊਗਾ ਤੇ ਹੁਣ ਜੇ ਅਲਫਾ ਦੀ ਪਾਵਰ m ਦਾ ਆਨਸਰ 1 ਹੈਗਾ ਸਾਡੇ ਕੋਲ ਠੀਕ ਹੈ ਤੇ ਇੱਕ ਆਪਣੇ ਕੋਲ ਆ ਵੀ ਕੰਡੀਸ਼ਨ ਹੈਗੀ ਅਲਫਾ ਦੀ p = 1 ਸਮਝ ਆ ਰਹੀ ਹੈ ਮੇਰੀ ਗੱਲ ਅਲਫਾ m = 1 ਹੈ ਤੇ ਇੱਕ ਕੰਡੀਸ਼ਨ ਸਾਡੇ ਕੋਲ ਹੈਗੀ ਅਲਫਾ p = 1 ਤਾਂ ਫੇਰ ਕੀ ਹੋਏਗਾ ਜਿਵੇਂ ਆਪਣੇ ਕੋਲ ਆਰਡਰ ਦੀ ਡੈਫੀਨੇਸ਼ਨ ਹੁੰਦੀ ਹੈ ਕਿਉਂਕਿ ਅਸੀਂ ਉਰੇ m ਨੂੰ ਕੀ ਮੈਂਸ਼ਨ ਕੀਤਾ ਸਮੋਲੈਸਟ ਪੋਜ਼ਿਟਿਵ ਇੰਟੀਜਰ ਤਾਂ ਜਿਵੇਂ ਆਪਣੇ ਕੋਲ ਐਲੀਮੈਂਟ ਦਾ ਆਰਡਰ ਹੁੰਦਾ ਹੈ ਜੇ ਸਮੋਲੈਸਟ ਪਾਵਰ ਕਰਦੇ ਆ ਅਸੀਂ ਐਲੀਮੈਂਟ ਤੇ ਔਰ ਆਨਸਰ 1 ਆ ਜਾਏ ਤਾਂ ਉਹ ਸਮੋਲੈਸਟ ਪਾਵਰ ਜਿਹੜੀ ਹੁੰਦੀ ਹੈ ਉਹ ਐਨੀ ਅਦਰ ਪਾਵਰ ਨੂੰ ਡਿਵਾਈਡ ਕਰਦੀ ਹੁੰਦੀ ਹੈ ਤਾਂ ਉਰੇ ਐਨੀ ਅਦਰ ਪਾਵਰ ਕੌਣ ਹੋ ਗਿਆ p ਹੋ ਗਿਆ ਸੋ m ਡਿਵਾਈਡਸ p ਹੁਣ p ਇੱਕ ਪ੍ਰਾਈਮ ਨੰਬਰ ਹੈ ਤਾਂ m ਦੀਆਂ ਦੋ ਵੈਲਿਊਜ਼ ਪੋਸੀਬਲ ਹੈ ਜਾਂ 1 ਹੋਏਗੀ ਜਾਂ p ਹੋਏਗੀ ਬਟ m = ਜੇ ਤੁਸੀਂ 1 ਲੈ ਲਿਆ ਤਾਂ ਆਹ ਵਾਲੀ ਸਟੇਟਮੈਂਟ ਤੁਹਾਡੇ ਕੋਲ ਕਿਸ ਦੇ ਵਿੱਚ ਕਨਵਰਟ ਹੋ ਜਾਏਗੀ ਅਲਫਾ = 1 ਬਟ ਅਸੀਂ ਪਹਿਲਾਂ ਹੀ ਮੈਂਸ਼ਨ ਕੀਤਾ ਕਿ ਅਲਫਾ ਸਾਡਾ ਨਾਟ ਇਕੁਅਲ ਟੂ 1 ਹੈ ਸੋ m ਦੀ ਵੈਲਿਊ ਅਸੀਂ 1 ਨਹੀਂ ਲੈ ਸਕਦੇ m ਦੀ ਵੈਲਿਊ ਸਾਡੇ ਕੋਲ ਸ਼ੋਰਲੀ ਕੀ ਹੋਏਗੀ p ਹੋਏਗੀ ਔਰ ਅਗਰ m ਦੀ ਵੈਲਿਊ p ਆ ਗਈ ਔਰ ਸਮੋਲੈਸਟ ਪਾਵਰ ਇਹਦਾ ਮਤਲਬ m ਜਿਹੜਾ ਹੈ ਉਹ p ਦੇ ਬਰਾਬਰ ਆ ਗਿਆ ਸਮੋਲੈਸਟ ਇੰਟੀਜਰ ਸਮੋਲੈਸਟ ਪਾਵਰ ਜਿਹੜੀ ਇਹਨੂੰ 1 ਬਣਾਉਂਦੀ ਉਹ p ਹੈ ਦੈਨ ਫਿਰ ਇਹ ਰਿਜ਼ਲਟ ਹੁੰਦਾ ਸਾਡੇ ਕੋਲ ਗਰੁੱਪ ਥਿਊਰੀ ਦੇ ਵਿੱਚੋਂ ਕਿ ਅਗਰ ਸਮੋਲੈਸਟ ਪਾਵਰ p ਹੈ ਤਾਂ ਅਪ ਟੂ p - 1 ਤੱਕ ਜਿਹੜੀਆਂ ਪਾਵਰਸ ਵਾਲੇ ਐਲੀਮੈਂਟਸ ਹੈ ਇਹ ਸਾਰੇ ਦੇ ਸਾਰੇ ਜਿਹੜੇ ਹੈ ਡਿਸਟਿੰਕਟ ਹੋਣਗੇ hence no two roots in the list can be equal ਤਾਂ ਇਹਦਾ ਮਤਲਬ ਕੀ ਹੋਇਆ ਆਹੀ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਇਹ ਆਪਣੇ ਕੋਲ fx ਦੇ ਰੂਟਸ ਹੈ ਤਾਂ ਸਪਲਿਟਿੰਗ ਫੀਲਡ ਜਿਹੜੀ ਹੈ ਫਿਰ ਉਹ ਕੀ ਬਣ ਗਈ ਆਬਵੀਅਸਲੀ ਸਾਰੇ ਐਲੀਮੈਂਟਸ ਨੂੰ ਐਡਜੰਕਟ ਕਰਨ ਦੀ ਲੋੜ ਨਹੀਂ ਸਿਰਫ ਅਸੀਂ ਅਲਫਾ ਐਡਜੰਕਟ ਕਰਾਂਗੇ ਇੱਕ ਅਲਫਾ ਐਡਜੰਕਟ ਕੀਤਾ ਬਾਕੀ ਤਾਂ ਅਲਫਾ ਦੀਆਂ ਪਾਵਰਸ ਹੀ ਹੈ ਔਰ ਇਹ ਫੀਲਡ ਹੈ ਤਾਂ ਅਗਰ ਅਲਫਾ ਅਸੀਂ ਐਡਜੰਕਟ ਕਰਤਾ ਤਾਂ ਬਾਕੀ ਆਪਣੇ ਆਪ ਇਹਦੇ ਵਿੱਚ ਇਨਕਲੂਡ ਹੋ ਹੀ ਜਾਣਾ ਤਾਂ ਇਸ ਕਰਕੇ ਕੀ ਆ ਗਿਆ ਕਿ ਜਿਹੜਾ ਸਪਲਿਟਿੰਗ ਫੀਲਡ ਹੈ ਉਹ q ਅਲਫਾ ਹੈ ਤੇ ਮਿਨੀਮਲ ਪੋਲੀਨੋਮੀਅਲ ਅਲਫਾ ਦੀ ਕਿਹੜੀ ਸੀਗੀ px ਜਿਹੜੀ xp - 1 ਸੀ ਕਿਉਂਕਿ fx ਜਿਹੜਾ ਸੀ ਉਹ ਮਿਨੀਮਲ ਨਹੀਂ ਸੀਗਾ fx ਤਾਂ ਰੈਡਿਊਸਿਬਲ ਸੀ ਤੇ ਅਲਫਾ ਰੂਟ ਕਿਹੜੇ ਵਾਲੇ ਦਾ ਸੀਗਾ px ਦਾ ਜਿਹੜਾ xp - 1 xp - 2 so on x + 1 ਸੀ ਤੇ ਉਹਦੀ ਡਿਗਰੀ ਕਿਉਂਕਿ p - 1 ਸੀ ਇਸ ਕਰਕੇ ਇਹਦੀ ਡਿਗਰੀ ਵੀ ਸਾਡੇ ਕੋਲ ਕਿੰਨੀ ਆ ਗਈ q ਅਲਫਾ ਓਵਰ q ਦੀ ਡਿਗਰੀ p - 1 ਔਰ ਇਹੀ ਅਸੀਂ ਵੈਰੀਫਾਈ ਕਰਨਾ